ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਬੜਾ ਥੈਂਕ ਯੂ ਤੁਹਾਡਾ ਸਾਰਿਆਂ ਦਾ ਟਾਈਮ ਕੱਢਣ ਲਈ। ਵੀ ਮੇਰਾ ਨਾਮ ਐਡਵੋਕੇਟ ਹਰਸਿਮਰਨ ਘੁੰਮਣ ਆ, ਵਕੀਲ ਆ ਜੀ। ਤੇ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਅਸੀਂ ਕਰ ਰਹੇ ਆ ਉਹ ਹੈਗੀ ਹੈ ਭਲੱਥ ਦੇ ਜਿਹੜੇ ਐਮਐਲਏ ਆ ਸੁਖਪਾਲ ਖਹਿਰਾ। ਬੇਸਿਕਲੀ ਮੈਂ ਇਸ ਕੇਸ ਦੇ ਨਾਲ ਇਹਨਾਂ ਦੇ ਹੋਰ ਵੀ ਜਿੰਨੇ ਵੀ ਕੇਸਿਸ ਹੈ ਮੈਂ ਇਹਨਾਂ ਨੂੰ ਸ਼ੁਰੂ ਤੋਂ ਫੋਲੋ ਕਰਦਾ ਆ ਰਿਹਾ। ਇਨਫੈਕਟ ਇਹਨਾਂ ਦਾ ਜਿਹੜਾ ਇਹਨਾਂ ਨੇ ਵਿਧਾਨ ਸਭਾ ਤੋਂ ਅਸਤੀਫਾ ਦਿੱਤਾ ਸੀਗਾ ਉਹਦਾ ਵੀ ਕੇਸ ਜਿਹੜਾ ਸੀਗਾ ਉਹ ਅਸੀਂ ਹੀ ਲੜਿਆ ਸੀਗਾ ਕਿ ਜਿਹੜਾ ਐਂਟੀ ਡਿਫੈਕਸ਼ਨ ਲਾਅ ਜਿਹੜਾ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਲਾਗੂ ਹੋਇਆ ਸੀਗਾ ਉਹ ਵੀ ਕੇਸ ਮੈਂ ਹੀ ਦੇਖ ਰਿਹਾ ਸੀ। ਤੇ ਜੀ ਅੱਜ ਦੀ ਗੱਲ ਕਰਦੇ ਆ ਕਿ ਮੈਂ ਲਗਾਤਾਰ ਟੀਵੀ ਚੈਨਲਸ ਤੇ ਸਾਰੇ ਥਾਵਾਂ ਤੇ ਦੇਖ ਰਿਹਾ ਕਿ ਸੁਖਪਾਲ ਸਿੰਘ ਖਹਿਰਾ ਦੀ ਅਰੈਸਟ ਤੋਂ ਬਾਅਦ ਲਗਾਤਾਰ ਇੱਕ ਪਰਸੈਪਸ਼ਨ ਬਿਲਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਆਵਾਜ਼ ਚੱਕਦੇ ਆ, ਉਹ ਮੁੱਦੇ ਚੱਕਦੇ ਆ, ਮੁੱਦੇ ਚੱਕਣ ਕਰਕੇ ਉਹਨਾਂ ਖਿਲਾਫ ਜਿਹੜੀ ਇਹ ਕਾਰਵਾਈ ਕੀਤੀ ਗਈ। ਇਹੀ ਪਰਸੈਪਸ਼ਨ ਬਣਾਈ ਜਾ ਰਹੀ ਜੀ। ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸੁਖਪਾਲ ਸਿੰਘ ਖਹਿਰਾ ਜਿੰਨੇ ਵੀ ਚਾਹੇ ਪੋਲੀਟੀਕਲ ਲੀਡਰ ਆ ਪੰਜਾਬ ਦੇ ਵਿੱਚ, ਸਭ ਤੋਂ ਵੱਧ ਜੇ ਕਿਸੇ ਬੰਦੇ ਦੇ ਜੁਡੀਸ਼ਰੀ ਦੇ ਵਿੱਚ ਜੇ ਲਿੰਕ ਆ ਤਾਂ ਮੰਨੇ ਜਾਂਦੇ ਆ ਸੁਖਪਾਲ ਸਿੰਘ ਖਹਿਰਾ। ਤਾਂ ਸੁਖਪਾਲ ਸਿੰਘ ਖਹਿਰਾ ਨੂੰ ਪਹਿਲਾਂ ਤੋਂ ਹੀ ਇੰਟੈਲ ਸੀ ਜਾਂ ਉਹਨਾਂ ਨੂੰ ਪਹਿਲਾਂ ਤੋਂ ਹੀ ਇਨਫੋਰਮੇਸ਼ਨ ਸੀਗੀ। ਉਹਨਾਂ ਨੇ ਇਸ ਦਿਨ ਲਈ, ਹਾਂ ਇਹ ਜ਼ਰੂਰ ਹੈ ਉਹਨਾਂ ਨੂੰ ਅਰੈਸਟ ਦਾ ਦਿਨ ਨਹੀਂ ਪਤਾ ਹੋਊਗਾ ਕਿ ਅਚਨਚੇਤ ਇੱਦਾਂ ਆ ਕੇ ਅਰੈਸਟ ਕਰਨਗੇ, ਪਰ ਉਹਨਾਂ ਨੂੰ ਇਸ ਚੀਜ਼ ਦਾ ਪਹਿਲਾਂ ਪਤਾ ਸੀਗਾ ਕਿ ਕਾਰਵਾਈ ਹੋਣੀ। ਉਹ ਕਾਰਵਾਈ ਕਿੱਦਾਂ ਪਤਾ ਸੀਗਾ ਉਹ ਮੈਂ ਤੁਹਾਨੂੰ ਪ੍ਰੂਵ ਵੀ ਕਰ ਦੂੰਗਾ, ਡਾਕੂਮੈਂਟਸ ਵੀ ਹੈਗੇ ਆ। ਤਾਂ ਉਹਨਾਂ ਨੇ ਬੇਸਿਕਲੀ ਹੁਣ ਤੋਂ 1 ਮਹੀਨਾ 1.5 ਮਹੀਨਾ ਪਹਿਲਾਂ ਤੋਂ ਇਸ ਚੀਜ਼ ਦਾ ਜਿਹੜਾ ਆ ਪੈਰ ਬੰਨਣੇ ਸ਼ੁਰੂ ਕਰ ਦਿੱਤੇ ਸੀਗੇ। ਕੀ ਹੁੰਦਾ ਜੀ, ਕਿਉਂਕਿ ਉਹਨਾਂ ਨੂੰ ਖੁਦ ਨੂੰ ਪਤਾ ਕਿ ਉਹ ਗਿਲਟੀ ਹੈ ਇਸ ਕੇਸ ਦੇ ਵਿੱਚ। ਹੁਣ ਜਿਹੜਾ ਬੰਦਾ ਗਿਲਟੀ ਹੁੰਦਾ ਆ ਉਹਨਾਂ ਨੂੰ ਹੁਣ ਕਿਸੇ ਤੇ ਤਾਂ ਬਲੇਮ ਪਾਉਣਾ ਸੀਗਾ। ਸਭ ਤੋਂ ਸੌਖਾ ਬਲੇਮ ਪਾਉਣਾ ਕਿਹਦੇ ਤੇ ਹੁੰਦਾ ਕਿ ਜਿਹੜਾ ਬੰਦਾ ਪਾਵਰ ਤੇ ਉੱਤੇ ਇਲਜ਼ਾਮ ਲਾ ਦਿਓ। ਹੁਣ ਤੁਸੀਂ ਆਪ ਮੰਨ ਕੇ ਚੱਲੋ ਕਿ ਤੁਸੀਂ ਵੀ ਸਿਆਸਤ ਕਦੋਂ ਦੀ ਕਵਰ ਕਰਦੇ ਆ, ਕਿੰਨੇ ਲੀਡਰਾਂ ਦੀ ਇੰਟਰਵਿਊ ਕੀਤੀ ਹੋਣੀ ਹੈ, ਤੁਸੀਂ ਦੇਖਿਆ ਕਿ ਇੱਕ ਲੀਡਰ ਆਪਣਾ ਮਿਆਰ ਤੋਂ ਇੱਕ ਲੈਵਲ ਹੁੰਦਾ, ਉਸ ਲੈਵਲ ਤੋਂ ਥੱਲੇ ਨਹੀਂ ਗਿਰਦਾ ਕਦੀ ਵੀ। ਲੈਂਗੁਏਜ ਵੀ ਗਾਲਾਂ ਨਹੀਂ ਕੱਢਣ ਲੱਗ ਪੈਂਦਾ। ਤੁਸੀਂ ਇੱਕ ਚੀਜ਼ ਨੋਟਿਸ ਕਰਿਓ, ਇਹਨਾਂ ਦੀ ਹਿਸਟਰੀ ਦੇਖ ਕੇ ਜਿੰਨੀਆਂ ਵੀ ਪਿਛਲੇ ਮਹੀਨੇ ਡੇਢ ਤੋਂ ਇਹਨਾਂ ਨੇ ਬਹੁਤ ਅਬਿਊਜ਼ਿਵ ਲੈਂਗੁਏਜ ਰੈਲੀਆਂ ਤੇ ਜਾ ਕੇ, ਜਿੱਦਾਂ ਮਿਨਿਸਟਰ ਕਟਾਰੂ ਚੱਕ ਸੀਗੇ ਉਹਨਾਂ ਦੇ ਖਿਲਾਫ ਕਿੱਦਾਂ ਇੱਦਾਂ ਅੱਜ ਤੱਕ ਦੀ ਸੁਣਿਆ, ਕਦੀ ਦੇਖਿਆ ਕਿਤੇ? ਉਹ ਬੇਸਿਕਲੀ ਮੁੱਦਾ ਇਹ ਨਹੀਂ ਸੀ ਕਿ ਉਹਨਾਂ ਖਿਲਾਫ ਬੋਲਣਾ, ਮੁੱਦਾ ਇਹ ਬਣਾਉਣਾ ਸੀਗਾ ਕਿ ਕੱਲ੍ਹ ਨੂੰ ਜਦੋਂ ਕਾਰਵਾਈ ਹੋਵੇ ਤਾਂ ਮੈਂ ਇਲਜ਼ਾਮ ਕਿਹਦੇ ਤੇ ਲਾਉਣਾ, ਇਨੋਸੈਂਸ ਕਿੱਦਾਂ ਪ੍ਰੂਵ ਕਰੂੰਗਾ ਆਪਣੀ, ਕਿਉਂਕਿ ਗਿਲਟੀ ਤੇ ਉਹ ਹੈਗੇ ਆ। ਤੇ ਉਹਨਾਂ ਨੇ ਹੁਣ ਕਿਸੇ ਤੇ ਇਲਜ਼ਾਮ ਲਾਉਣਾ, ਉਹਨਾਂ ਦੇਖਿਆ ਕਿ ਪਾਵਰ 'ਚ ਬੰਦੇ ਕਿਹੜੇ ਆ। ਜਿੱਦਾਂ ਹੁਣ ਇੱਕ ਨਾਮ ਰੱਟ ਲਿਆ CM ਭਗਵੰਤ ਮਾਨ ਦਾ। ਹੁਣ ਉਹਨਾਂ ਕਹਿਤਾ ਜੀ ਮੈਂ ਉਹਨਾਂ ਦੀ ਵਾਈਫ ਬਾਰੇ ਬੋਲਿਆ ਆ ਤੇ ਤਾਂ ਮੇਰੇ ਖਿਲਾਫ ਕਾਰਵਾਈ। ਕਦੀ ਮਤਲਬ ਮੈਂ ਹੁਣ ਬਿਲਕੁਲ ਲੀਗਲ ਪੁਆਇੰਟ ਆਫ ਵਿਊ ਤੋਂ ਆਪਾਂ ਸ਼ੁਰੂ ਕਰਦੇ ਹਾਂ ਬਿਲਕੁਲ ਕੇਸ ਦੀ। ਇਹਨਾਂ ਦੀ ਮੈਂ ਤੁਹਾਨੂੰ ਪਹਿਲਾਂ ਸਮਝਾਉਣਾ ਚਾਹੁੰਦਾ ਕੇਸ ਹੈ ਕੀ। 2015 'ਚ 5 ਤਰੀਕ 3 ਮਹੀਨਾ ਜਿਹੜਾ ਆ ਉਹ ਇੱਕ ਪਰਚਾ ਦਰਜ ਹੁੰਦਾ ਆ NDPS ਐਕਟ ਦਾ, ਫਾਜ਼ਿਲਕਾ ਜਲਾਲਾਬਾਦ ਸਦਰ ਜਿਹੜਾ ਥਾਣਾ ਆ ਉੱਥੇ। ਉਹ ਪਰਚਾ ਜਿਹੜਾ ਆ ਉਹ ਪਰਚੇ ਦੇ ਵਿੱਚ 11 ਜਾਣਿਆਂ ਤੇ FIR ਹੁੰਦੀ, ਵਿੱਚ ਸੁਖਪਾਲ ਖਹਿਰੇ ਦਾ ਨਾਂ ਨਹੀਂ ਸੀ। ਪਰ ਉਹ ਤੋਂ ਐਗਜ਼ੈਕਟਲੀ 4 ਦਿਨ ਬਾਅਦ ਇੱਕ ਜਿਮਨੀ ਬੇਸਿਕਲੀ ਇਜ਼ ਨਾਟ ਅ ਪਬਲਿਕ ਡਾਕੂਮੈਂਟ ਕਿ ਜਿੱਦਾਂ FIR ਆ ਉਹਦੀ ਐਕਸੈਸ ਹੁੰਦਾ, ਜਿਮਨੀ ਦਾ ਨਹੀਂ ਹੁੰਦਾ। ਪਰ ਉਹ ਲੇਟਰ ਔਨ ਉਹ ਵੀ ਚੀਜ਼ ਤੁਹਾਨੂੰ ਜਿਮਨੀ ਦੀ ਵੀ ਇੱਕ ਕਾਪੀ ਤੇ ਉਹਦੇ ਜਿਹੜੇ ਬਿਆਨ ਹੈ ਉਹ ਵੀ ਤੁਹਾਨੂੰ ਦਿਖਾਊਂਗਾ ਕਿ 9 ਤਰੀਕ ਨੂੰ ਉਹ ਜਿਮਨੀ ਜਿਹੜੀ ਕੇਸ ਡਾਇਰੀ ਉਹਦੇ ਵਿੱਚ ਜਿਹੜੇ SP ਉਦੋਂ DSP ਸੀਗੇ ਅਜਮੇਰ ਸਿੰਘ, ਉਹਨਾਂ ਨੇ ਉਹ ਬਕਾਇਦਾ ਮੈਂਸ਼ਨ ਕੀਤਾ ਉਹ ਜਿਮਨੀ ਨੰਬਰ 5 9 ਤਰੀਕ 3 ਮਹੀਨਾ 2015 ਕਿ ਜਿੱਦਾਂ ਆਪਾਂ ਇਸ ਕੇਸ ਦੀ ਪੜਤਾਲ ਕਰਦੇ ਹਾਂ ਤਾਂ ਸਾਰੇ ਜਿਹੜੇ ਇਸ਼ਾਰੇ ਆ ਉਹ ਸੁਖਪਾਲ ਸਿੰਘ ਖਹਿਰੇ ਵੱਲ ਜਾਂਦੇ ਆ। ਉਹਦੇ ਲਈ ਹਾਈ ਕੋਰਟ ਦੀ ਜਿਹੜੀ ਇਹਨਾਂ ਨੇ ਸੁਖਪਾਲ ਖਹਿਰੇ ਦੀ ਪਾਈ ਹੋਈ ਇਸ ਚੀਜ਼ ਤੇ ਮੈਂ ਆਰਡਰ ਵਾਈਜ਼ ਆਰਡਰ ਚੱਲੂੰਗਾ ਬਿਲਕੁਲ ਹੀ। ਤਾਂ ਉਹਨਾਂ ਨੇ ਇਹ ਕਿਹਾ ਕਿ ਸਾਰੀ ਜਿਹੜੀ ਚੀਜ਼ਾਂ ਆ ਉਹ ਸੁਖਪਾਲ ਖਹਿਰੇ ਵੱਲ ਇਸ਼ਾਰਾ ਕਰਦੀਆਂ। ਉਹਨਾਂ ਨੇ ਇਹ ਗੱਲ ਆਪਣੇ SSP ਨੂੰ ਦੱਸੀ, ਬਠਿੰਡਾ ਜ਼ੋਨ ਦੇ IG, ਉਹਨਾਂ ਨੇ ਇੱਕ ਸਿੱਟ ਬਣਾਤੀ। ਸਿੱਟ ਨੇ ਪੜਤਾਲ ਸ਼ੁਰੂ ਕਰਤੀ ਆਪਣੀ। ਹੁਣ ਤੁਸੀਂ ਇਹ ਦੇਖੋ ਕਿ ਤੁਸੀਂ ਇੱਕ ਨੋਰਮਲ ਗੱਲ ਕਰਦੇ ਆ ਕਿ ਉਹ ਜਿਹੜੇ 11 ਬੰਦੇ ਸੀ, 11 ਬੰਦਿਆਂ 'ਚ ਸੁਖਪਾਲ ਖਹਿਰੇ ਦਾ ਨਾਮ ਨਹੀਂ ਸੀ। ਹੁਣ ਸੁਖਪਾਲ ਖਹਿਰੇ ਦਾ ਜਦੋਂ FIR ਦੇ ਵਿੱਚ ਨਾਮ ਹੀ ਹੈ ਨਹੀਂ ਸੀਗਾ ਤਾਂ ਸੁਖਪਾਲ ਸਿੰਘ ਖਹਿਰਾ ਇਸ ਰਿਟ ਪਟੀਸ਼ਨ ਦੇ ਰਾਹੀਂ ਆਹ ਜਿਹੜੀ ਕਾਪੀ ਹੈ ਤੁਸੀਂ ਦੇਖ ਸਕਦੇ ਕਿੰਨੇ ਪੇਜ ਆ, ਇਹ ਸੁਖਪਾਲ ਸਿੰਘ ਖਹਿਰਾ ਦੀ ਤਿਆਰ ਕੀਤੀ ਹੋਈ ਹੈ। ਇਹ ਸੁਖਪਾਲ ਸਿੰਘ ਖਹਿਰਾ ਨੇ ਜਦੋਂ ਉਹਨਾਂ ਦਾ ਪਰਚੇ 'ਚ ਨਾਮ ਹੀ ਨਹੀਂ ਸੀਗਾ ਤਾਂ ਉਹਨਾਂ ਨੇ ਹਾਈ ਕੋਰਟ ਕਿਉਂ ਅਪਰੋਚ ਕੀਤੀ ਕਿ CBI ਨੂੰ ਮਾਮਲਾ ਜਿਹੜਾ ਆ ਉਹਨਾਂ ਨੂੰ ਦੇ ਦਿੱਤਾ ਜਾਵੇ। ਜਦੋਂ ਇਸ ਕੇਸ ਦੇ ਵਿੱਚ SSP ਨੇ ਆ ਕੇ ਬਿਆਨ ਦਿੱਤਾ, ਐਫੀਡੇਵਿਟ ਤੇ ਦਿੱਤਾ ਕਿ ਅਸੀਂ ਤਾਂ ਅਜੇ ਪੜਤਾਲ ਸ਼ੁਰੂ ਕੀਤੀ ਹੈ, ਅਜੇ ਤਾਂ ਕਿਸੇ ਦਾ ਨਾਮ ਜਿਹੜੇ ਹੈਗੇ FIR 'ਚ ਉਹ ਤਾਂ ਹੈਗੇ ਆ। ਜਦੋਂ ਕਿਸੇ ਦਾ ਨਾਮ ਹੀ ਨਹੀਂ ਲਿਆ, ਜਦੋਂ ਇਹਨਾਂ ਦਾ ਨਾਮ ਆਊਗਾ ਉਦੋਂ ਇਹ ਆ ਕੇ ਆਪਣਾ ਜੋ ਇਹਨੂੰ ਕੰਟੈਸਟ ਕਰਨਾ ਚਾਹੁੰਦੇ ਕਰ ਲੈਣ।
ਉਹਨਾਂ ਨੇ ਉਹ ਐਫੀਡੇਵਿਟ ਤੇ ਲਿਖ ਕੇ ਦਿੱਤਾ। ਉਹਨਾਂ ਨੂੰ ਜਦੋਂ ਇਹ ਅਸ਼ੋਰਿਟੀ ਹੋ ਗਈ ਸੁਖਪਾਲ ਖਹਿਰਾ ਨੂੰ ਕਿ ਮੇਰਾ ਪਰਚੇ 'ਚ ਨਾਮ ਨੇਗਾ, ਤੇ ਉਹਨਾਂ ਨੇ ਉਹਨੂੰ ਵਿਡਰਾਅ ਕਰ ਲਿਆ। ਹੁਣ ਤੁਸੀਂ ਕਦੀ ਇੱਦਾਂ ਹੋ ਸਕਦਾ ਹੈ ਕਿ ਤੁਹਾਡਾ ਕੋਈ ਯਾਰ ਦੋਸਤ ਹੋਵੇ ਦੂਰੋਂ ਨੋਨ, ਉੱਤੇ ਪਰਚਾ ਹੋ ਜੇ, ਪਰ ਤੁਸੀਂ ਆਪਣੇ ਵਕਾਲਤਨਾਮਾ ਤੁਸੀਂ ਸਾਈਨ ਕਰਕੇ ਤੇ ਉਹਦੇ ਬਿਹਾਫ ਤੇ ਤੁਸੀਂ ਕੇਸ ਲਾ ਦਿਓ? ਨਹੀਂ ਲਾ ਸਕਦੇ। ਜਿਹਦਾ ਪਰਚੇ 'ਚ ਨਾਮ ਆ ਤਾਂ ਲਾਓਗੇ। ਤੋ ਇਹ ਤੋਂ ਇਹ ਪਤਾ ਲੱਗਦਾ ਕਿ ਉਹਨਾਂ ਦੇ ਦਿਲ ਦੇ ਵਿੱਚ ਗਿਲਟ ਸੀਗਾ, ਉਹਨਾਂ ਨੂੰ ਪਤਾ ਸੀਗਾ ਮੈਂ ਕਿਤੇ ਨਾ ਕਿਤੇ ਇਨਵੋਲਵ ਹੋਇਆ, ਤਾਂ ਹੀ ਆ ਜਿਹੜੀ ਰਿਟ ਪਟੀਸ਼ਨ ਪਾਈ। ਬਾਅਦ 'ਚ ਵਿਡਰਾਅ ਇਸ ਕਰਕੇ ਕਰ ਲਈ ਉਹਨਾਂ ਨੇ ਕਿ ਉਹਨਾਂ ਨੂੰ ਇਹ ਪਤਾ ਲੱਗ ਗਿਆ ਮੇਰਾ ਨਾਮ ਨੇਗਾ। ਠੀਕ ਹੈ ਜੀ। ਉਸ ਤੋਂ ਬਾਅਦ 2017 ਦੇ ਵਿੱਚ ਜਿਹੜੀ ਸਿੱਟ ਸੀਗੀ, ਉਹਨਾਂ ਨੇ ਆਪਣੀ ਜਿਹੜੀ ਜੋ ਵੀ ਰਿਪੋਰਟ ਪੇਸ਼ ਕਰਨੀ ਹੋਊਗੀ ਕੋਰਟ ਦੇ ਸਾਹਮਣੇ ਕੀਤੀ। ਉਹਦੇ ਵਿੱਚ ਉਹਨਾਂ ਨੇ ਜਿਹੜੇ ਐਵੀਡੈਂਸਿਸ ਆਪਾਂ ਕਹਿੰਦੇ ਆ, ਉਹਨਾਂ ਨੂੰ ਲੱਗੇ ਕਿ ਇਹ ਯਾਰ ਵੈਲਿਡ ਆ। ਕਾਰਨ ਇਹ ਆ ਕਿ ਉਹ 319 ਦੀ ਇੱਕ ਐਪਲੀਕੇਸ਼ਨ ਮੂਵ ਕਰਦਾ ਆ, ਉਹਦੇ ਵਿੱਚ ਜੱਜ ਸਾਹਿਬ ਇਹ ਆਰਡਰ ਪਾਸ ਕਰਦੇ ਆ, ਉਹਨਾਂ ਨੂੰ ਨੌਨ ਅਵੇਲੇਬਲ ਵਾਰੰਟ ਇਸ਼ੂ ਕਰ ਦਿੰਦੇ ਸੁਖਪਾਲ ਖਹਿਰਾ ਨੂੰ। ਹੁਣ ਇੱਥੇ ਜੀ ਟਾਈਮਿੰਗ ਬਹੁਤ ਮਾਇਨੇ ਰੱਖਦੀ ਏ ਉਸ ਆਰਡਰ ਦੀ। ਆਰਡਰ ਜਿਹੜਾ ਆ ਜਿੱਦਣ ਆਰਡਰ ਪਾਸ ਹੁੰਦਾ, ਉਹ ਮੈਂ ਇੱਥੋਂ ਪ੍ਰੂਵ ਵੀ ਕਰ ਸਕਦਾ ਆ ਕਿ ਉਹ ਜਿੱਦਣ ਆਰਡਰ ਪਾਸ ਕਰਦੇ ਜੱਜ ਸਾਹਿਬ, ਆਰਡਰ ਦੀ ਕਾਪੀ ਇਹ ਜੀ, ਉਹ ਆਹ ਆਰਡਰ ਸੀਗਾ ਜੀ। ਇਹਦੇ ਵਿੱਚ ਜੱਜ ਸਾਹਿਬ ਆਰਡਰ ਪਾਸ ਕਰਦੇ ਹੋਏ ਲਿਖਦੇ ਆ, as the things stand out, this FIR 35 was registered and challan against 10 accused were presented by mentioning that after investigation challan against the remaining accused will be filed। ਉਹ ਕਹਿ ਰਹੇ ਆ ਕਿ 10 ਦੇ ਖਿਲਾਫ ਚਲਾਨ ਪੇਸ਼ ਹੋ ਗਏ, ਤੇ ਉਹਨਾਂ ਨੇ ਮੈਂਸ਼ਨਿੰਗ ਕੀਤੀ ਹੈ ਸਟੇਟ ਦੇ ਕਿ ਜਿਹੜੇ ਬਾਕੀ ਅਕਿਊਜ਼, ਜਿਹੜੇ ਐਡੀਸ਼ਨਲ ਅਕਿਊਜ਼ਡ ਹੈ, ਜਿਹੜੇ 319 'ਚ ਉਹਨਾਂ ਨੇ ਸੱਦੇ, ਜੇ ਸੁਖਪਾਲ ਖਹਿਰਾ ਦਾ ਨਾਮ ਸੀ, ਉਹਨਾਂ ਦੇ PA ਦਾ ਨਾਮ ਸੀ, ਉਹਨਾਂ ਦੇ PSO ਦਾ ਨਾਮ ਸੀ, ਗੁਰਦੇਵ ਸਿੰਘ ਦੇਬੀ ਦੀ ਸਿਸਟਰ ਦਾ ਨਾਮ ਸੀ, ਇੱਕ ਮੇਜਰ ਸਿੰਘ ਬਾਜਵਾ ਜਿਹੜਾ ਨਸ਼ਾ ਵੇਚਦਾ ਉਹਦਾ ਨਾਮ ਸੀ, ਉਹਨਾਂ ਖਿਲਾਫ ਅਸੀਂ ਜਿਹੜਾ ਚਲਾਨ ਪੇਸ਼ ਕਰਾਂਗੇ। ਉਹ ਅੱਗੇ ਲਿਖਦੇ ਆ ਕਿ ਵਾਈਡ ਮਾਈ ਸੈਪਰੇਟ ਜਜਮੈਂਟ ਆਲ ਦੀ ਅਕਿਊਜ਼ਡ ਅਗੇਂਸਟ whom ਦੀ ਚਲਾਨ ਵਰ ਪ੍ਰੈਜ਼ੈਂਟਡ ਐਕਸੈਪਟ 1 ਆਰ ਕਨਵਿਕਟਡ ਟੁਡੇ। ਇੱਥੇ ਜੱਜ ਸਾਹਿਬ ਇਹ ਗੱਲ ਕਰਦੇ ਆ ਕਿ ਸਿਰਫ ਤੇ ਸਿਰਫ ਉਹ ਜਿਹੜੇ ਅਕਿਊਜ਼ਡ ਆ ਉਹਨਾਂ ਨੂੰ ਕਨਵਿਕਟ ਕੀਤਾ ਗਿਆ। ਇਹ ਆਰਡਰ ਇਸ ਗੱਲ ਦਾ ਪ੍ਰੂਫ ਆ ਕਿ ਉਹਨਾਂ ਨੂੰ ਕਨਵਿਕਟ ਕੀਤਾ ਗਿਆ। ਕਨਵਿਕਸ਼ਨ ਕੀ ਹੁੰਦੀ ਜੀ? ਕਨਵਿਕਸ਼ਨ ਇਹ ਕਿ ਤੈਅ ਹੋ ਗਿਆ ਕਿ ਹਾਂਜੀ ਇਹ ਬੰਦਾ ਗਿਲਟੀ ਹੈ, ਪਰ ਉਹਨਾਂ ਨੂੰ ਅਜੇ ਸਜ਼ਾ ਨਹੀਂ ਸੁਣਾਈ ਸੀਗੀ। ਕੇਸ ਉਦੋਂ ਖਤਮ ਹੁੰਦਾ ਜਦੋਂ ਬੰਦੇ ਨੂੰ ਸਜ਼ਾ ਸੁਣਾ ਦਿੰਦੇ। ਸੋ ਕਨਵਿਕਸ਼ਨ ਦੇ ਉੱਤੇ ਜਦੋਂ ਖੜਾ ਸੀ ਕੇਸ, ਉਦੋਂ ਆਰਡਰ ਡਿਸਾਈਡ ਹੋਇਆ 319 ਦਾ, ਐਂਡ ਇਹਨਾਂ ਨੂੰ ਨੌਨ ਅਵੇਲੇਬਲ ਵਾਰੰਟ ਇਸ਼ੂ ਕੀਤੇ ਗਏ। ਨੌਨ ਅਵੇਲੇਬਲ ਵਾਰੰਟ ਜਿਹੜੇ ਸੈਂਟੈਂਸ ਤੋਂ ਪਹਿਲਾਂ ਇਸ਼ੂ ਕੀਤੇ ਗਏ, ਸੈਂਟੈਂਸ ਬਾਅਦ ਚੋਂ ਜਿਹੜੀ ਇਹ ਕੀਤੀ ਗਈ। ਹੁਣ ਸੈਂਟੈਂਸ ਤੋਂ ਬਾਅਦ ਕੀਤੀ ਗਈ ਤੇ ਇਹ ਚਲ ਗਏ ਹਾਈ ਕੋਰਟ ਨੌਨ ਅਵੇਲੇਬਲ ਵਾਰੰਟਸ ਦੇ ਅਗੇਂਸਟ ਇਸ ਪਟੀਸ਼ਨ ਰਾਹੀਂ ਸੁਖਪਾਲ ਸਿੰਘ ਖਹਿਰਾ ਦੀ। ਨੰਬਰ ਇਹ ਤੁਹਾਨੂੰ ਮੈਂ ਕਾਪੀ ਜਿਹੜੀਆਂ ਆ ਫਾਰਵਰਡ ਵੀ ਕਰ ਦੂੰਗਾ। ਇਹਦੇ ਵਿੱਚ ਉਹਨਾਂ ਨੇ ਹਾਈ ਕੋਰਟ ਨੇ ਉਹਨਾਂ ਦਾ ਵਿਊ ਆ ਜੱਜ ਸਾਹਿਬ ਦਾ, ਉਹ ਕਹਿੰਦੇ ਆ ਕਿ ਡਿਟੇਲਸ ਆਫ ਕਾਲਸ ਬਿਟਵੀਨ ਐਡੀਸ਼ਨਲ ਅਕਿਊਜ਼ਡ ਪਰਸਨ, additional accused person is Sukhpal Khera and the convicted accused person is Gurdev Singh Debi, are matter which cannot be taken lightly in the wake of drug smuggling across Pakistan border। ਕਿਉਂਕਿ ਪਾਕਿਸਤਾਨ ਦੇਸ਼ ਦੇ ਨਾਲ ਜਿਹੜੀ ਇਨਵੋਲਵਮੈਂਟ ਆ, ਉੱਥੋਂ ਕ੍ਰਾਸ ਬਾਰਡਰ ਜਿਹੜੀ ਸਮਗਲਿੰਗ ਹੁੰਦੀ ਹੈ, ਕੋਈ ਛੋਟੀ ਗੱਲ ਨਹੀਂ ਗੀ। ਇਸ ਕਰਕੇ ਉਸ ਤੋਂ ਬਾਅਦ ਉਹਨਾਂ ਨੇ ਵਿਊ ਲਿਆ ਕਿ ਜਿਹੜੀਆਂ ਸਟੇਟਮੈਂਟਸ ਦਿੱਤੀਆਂ ਸੀ SP ਅਜਮੇਰ ਸਿੰਘ ਦੀ ਜਿਮਨੀ ਦੀ, ਮੈਂ ਕਿ ਤੁਹਾਨੂੰ ਗੱਲ ਕੀਤੀ ਸੀਗੀ, ਉਹਦਾ ਸਾਰਾ ਵੇਰਵਾ ਇੱਥੇ ਲਿਖਿਆ ਆ ਕਿ ਸਿੱਟ ਕਿੱਦਾਂ ਬਣੀ। ਆ ਤੁਸੀਂ ਡਾਕੂਮੈਂਟ ਦੇ ਪੇਜ ਦੇਖ ਲਿਓ, ਪੇਜ ਨੰਬਰ 25 ਤੋਂ ਸ਼ੁਰੂ ਹੁੰਦਾ ਜੀ, ਅੱਗੇ ਤੱਕ ਪੜ੍ਹਦੇ ਜਾਓਗੇ ਤੁਹਾਨੂੰ ਸਾਰੀ ਗੱਲ ਕਲੀਅਰ ਹੋ ਜੂਗੀ। ਉਹਦੇ ਵਿੱਚ ਇਸ ਆਰਡਰ 'ਚ ਉਹਨਾਂ ਨੂੰ ਇਹ ਰਿਲੀਫ ਮਿਲਿਆ ਕਿ ਜਿਹੜੇ ਨੌਨ ਅਵੇਲੇਬਲ ਵਾਰੰਟ ਸੀ ਉਹਨਾਂ ਨੂੰ ਸੰਮਨ 'ਚ ਤਬਦੀਲ ਕਰਤਾ। ਉਹਨਾਂ ਕਹਿ ਦਿੱਤਾ ਕਿ ਠੀਕ ਆ, ਨੌਨ ਅਵੇਲੇਬਲ ਵਾਰੰਟ ਥੋੜ੍ਹੇ ਵੱਧ ਹੋ ਗਏ ਆ, ਸੰਮਨ ਉਹਨਾਂ ਨੂੰ ਇਸ਼ੂ ਕੀਤੇ ਕਿ ਤੁਸੀਂ ਜਾ ਕੇ ਲੋਅਰ ਕੋਰਟ ਦੇ ਵਿੱਚ ਕੇਸ ਲੜੋ। ਸਜ਼ਾ ਨਹੀਂ ਸੁਣਾਤੀ ਸੀਗੀ। ਕੇਸ ਲੜਨ ਦਾ ਮਤਲਬ ਕੀ ਹੁੰਦਾ ਆ ਕਿ ਸਟੇਟ ਆਪਣੇ ਐਵੀਡੈਂਸਿਸ ਰੱਖੂਗੀ ਸਾਹਮਣੇ ਜੱਜ ਸਾਹਿਬ ਦੇ, ਤੇ ਸੁਖਪਾਲ ਸਿੰਘ ਖਹਿਰਾ ਜਿਹੜਾ ਆਪਣਾ ਪੱਖ ਪੇਸ਼ ਕਰਨਗੇ। ਪੱਖ ਕੇ ਪੇਸ਼ ਕਰਨ ਤੋਂ ਬਾਅਦ ਜਿਹੜਾ ਆ ਉਹ ਕੇਸ ਡਿਸਾਈਡ ਹੋਣਾ ਸੀਗਾ। ਹੁਣ ਉਹਨਾਂ ਨੇ ਕੀ ਕੀਤਾ ਕਿ ਥੱਲੇ ਲੋਅਰ ਕੋਰਟ 'ਚ ਜਾ ਕੇ ਕੇਸ ਨਹੀਂ ਲੜਿਆ, ਉਹ ਸੁਪਰੀਮ ਕੋਰਟ ਚਲ ਗਏ। ਹੁਣ ਸੁਪਰੀਮ ਕੋਰਟ ਚਲ ਗਏ। ਸੁਪਰੀਮ ਕੋਰਟ ਉਹਨਾਂ ਨੇ ਗਲਤ ਫੈਕਟਸ ਤੇ ਪਹਿਲਾਂ ਤਾਂ ਇੱਕ ਜਜਮੈਂਟ ਆਈ ਬੜੀ ਡਿਟੇਲਡ, ਕਿਉਂਕਿ ਅੱਜ ਤੱਕ ਕਦੀ ਇੱਦਾਂ ਹੋਇਆ ਨਹੀਂ ਸੀਗਾ ਕਿ 319 ਦਾ ਜਿਹੜਾ ਆਰਡਰ ਹੈ ਉਹ ਸੇਮ ਡੇ ਪਾਸ ਕੀਤਾ ਹੋਵੇ ਜਿੱਦਣ ਕਨਵਿਕਸ਼ਨ, ਤੇ ਉਸ ਤੋਂ ਬਾਅਦ ਸੈਂਟੈਂਸ ਵੀ ਕੀਤਾ ਹੋਵੇ। ਤੇ ਉਸ ਬੇਸ ਦੇ ਵਿੱਚ ਗਲਤ ਫੈਕਟ ਪ੍ਰੈਜ਼ੈਂਟ ਕਰਕੇ ਸੁਖਪਾਲ ਖਹਿਰਾ ਨੇ ਆ ਰਿਲੀਫ ਲਿਆ। ਸੁਪਰੀਮ ਕੋਰਟ ਦੇ ਜਿਹੜਾ ਆਰਡਰ ਆ, ਜੇ ਇਹਦੀ ਰਿਵਿਊ ਪਟੀਸ਼ਨ ਪੈ ਜਾਂਦੀ ਤਾਂ ਇਹਨੂੰ ਕਹਿੰਦੇ ਆ ਐਰਰ ਔਨ ਦਾ ਫੇਸ ਆਫ ਰੈਕਡ। ਰਿਵੀਜ਼ਨ ਪੈਣੀ ਚਾਹੀਦੀ ਸੀ, ਇਹਦਾ ਰਿਵਿਊ ਪੈਣਾ ਚਾਹੀਦਾ ਸੀਗਾ ਸੁਪਰੀਮ ਕੋਰਟ ਦੇ ਵਿੱਚ। ਦੇਖੋ ਹਰ ਬੰਦੇ ਦਾ ਆਪਣਾ ਆਪਣਾ ਮੰਨਣਾ ਹੈ, ਜਿੱਦਾਂ ਕਹਿ ਦਿੰਦੇ ਆ ਹਰ ਗੱਲ ਨੂੰ ਕਿ ਪੋਲੀਟੀਕਲ ਵੈਂਡੇਟਾ ਆ।
ਜੇ ਪੋਲੀਟੀਕਲ ਵੈਂਡੇਟਾ ਹੁੰਦਾ ਤਾਂ ਆਹ ਆਰਡਰ ਨਹੀਂ ਹੋਣਾ ਸੀਗਾ, ਕੇਸ ਵਧੀਆ ਤਰੀਕੇ ਨਾਲ ਪ੍ਰੈਜ਼ੈਂਟ ਹੁੰਦਾ। ਇਟ ਵਾਜ਼ ਨਾਟ ਅਬਾਊਟ ਸੁਖਪਾਲ ਸਿੰਘ ਖਹਿਰਾ। ਇਹ ਬੇਸਿਕਲੀ ਇਨਸਾਫ ਜਿਹੜਾ ਮਿਲਣਾ ਸੀ, ਇਨਸਾਫ ਉਹਨਾਂ ਮਾਵਾਂ ਨੂੰ ਮਿਲਣਾ ਸੀਗਾ ਜਿਨ੍ਹਾਂ ਦੇ ਪੁੱਤ ਮਰੇ ਨਸ਼ੇ ਨਾਲ। ਗੁਰਦੇਵ ਸਿੰਘ ਦੇਬੀ ਨੇ ਜਿਨ੍ਹਾਂ ਨੂੰ ਨਸ਼ਾ ਵੇਚਿਆ, ਉਹਨਾਂ ਦੇ ਬੱਚੇ ਮਰੇ, ਉਹਨਾਂ ਲਈ ਇਨਸਾਫ ਦੀ ਗੱਲ ਸੀਗੀ। ਤਾਂ ਇਹਦੇ ਵਿੱਚ ਹੁਣ ਗਲਤੀ ਕੀ ਹੈ ਜੀ? ਇਹਦੇ ਵਿੱਚ ਗਲਤੀ ਮੈਂ ਤੁਹਾਨੂੰ ਅੱਗੇ ਆਰਡਰ ਪੜ੍ਹਾਇਆ, ਉਹ 'ਚ ਕਨਵਿਕਸ਼ਨ ਸੀ। ਇਹਦੇ ਵਿੱਚ ਕੀ ਲਿਖਤਾ ਉਹਨਾਂ ਨੇ? ਕਹਿੰਦੇ ਜੀ indisputably in the present case the order under section 319 CRPC has been passed after the accused who were facing trial were convicted and sentenced. They were convicted, yes, this is right, but they were not sentenced. ਗਲਤ ਆਰਡਰ ਆ, ਇਹ ਚੈਲੰਜ ਹੋਣਾ ਚਾਹੀਦਾ ਸੀਗਾ। ਇਹ ਉਹ ਗੱਲ ਉੱਥੇ ਹੀ ਮੁੱਕ ਜਾਣੀ ਸੀ। ਆ ਜਿਹੜੀ ਕੁਆਸ਼ਿੰਗ ਕਰਦੇ ਫਿਰਦੇ ਆ, ਗੱਲ ਫਿਰ ਮੁੱਕ ਜਾਣੀ। ਹੁਣ ਆ ਜੀ ਆਪਾਂ ਹੁਣ ਰੀਸੈਂਟ ਜਿਹੜਾ ਇਵੈਂਟ ਚੱਲ ਰਿਹਾ, ਹੁਣ ਇਹਨਾਂ ਨੇ ਕੀ ਕੀਤਾ ਕਿ ਨਾ ਆਪਣਾ ਪਾਸਪੋਰਟ ਰਿਲੀਜ਼ ਕਰਨ ਲਈ ਇੱਕ ਐਪਲੀਕੇਸ਼ਨ ਮੂਵ ਕੀਤੀ ਆ, ਉਹਦਾ ਆਰਡਰ, ਠੀਕ ਹੈ ਜੀ। ਇਹਦੇ ਵਿੱਚ ਜੱਜ ਸਾਹਿਬ ਨੇ ਲਾਸਟ ਦੇ ਵਿੱਚ ਆਪਣਾ ਇਹ ਦਿੱਤਾ, ਮੈਂ ਤੁਹਾਨੂੰ ਪੜ੍ਹ ਕੇ ਸੁਣਾਉਂਗਾ। ਉਹ ਕਹਿੰਦੇ ਜੀ ਪ੍ਰੋਸੀਡਿੰਗ ਆਫ ਦਿਸ ਕੇਸ ਅਰਾਈਜ਼ਿੰਗ ਆਊਟ ਸਮਨਿੰਗ ਆਰਡਰ ਡੇਟਡ 31 October 2017 ਅੰਡਰ ਸੈਕਸ਼ਨ 319 CRPC pronounced by a learned predecessor of this court stands dropped। ਉਹ ਕਹਿੰਦੇ ਜੀ ਜਿਹੜੇ ਸੁਖਪਾਲ ਸਿੰਘ ਖਹਿਰਾ ਨੂੰ ਸੰਮਨ ਹੋਏ ਸੀ 2017 ਦੇ ਵਿੱਚ, ਉਤੋਂ ਜਿਹੜੀ ਵੀ ਕੋਈ ਪ੍ਰੋਸੀਡਿੰਗ ਅਰਾਈਜ਼ ਹੁੰਦੀ ਅਸੀਂ ਉਹਨੂੰ ਡ੍ਰੌਪ ਕਰ ਰਹੇ ਹਾਂ। ਵਿਦਆਊਟ ਪ੍ਰੈਜੂਡਿਸ to the right of state investigating agency SIT to carry out any investigation inquiry with regard to involvement of applicant other suspect in smuggling of drug or to present charge sheet under section 173। ਨਾਲ ਦੀ ਨਾਲ ਉਹਨਾਂ ਇਹ ਕਹਿ ਦਿੱਤਾ ਆ ਕਿ ਉਹ ਸਮਨਿੰਗ ਦੇ ਜਿਹੜੇ ਆਰਡਰ ਹੈ ਉਹ ਤੋਂ ਜਿਹੜੀ ਵੀ ਕੋਈ ਪ੍ਰੋਸੀਡਿੰਗ ਹੁੰਦੀ ਉਹਨੂੰ ਅਸੀਂ ਡ੍ਰੌਪ ਕਰ ਰਹੇ ਹਾਂ, ਪਰ ਸਟੇਟ ਦੀ ਜੀ ਕੋਈ ਵੀ ਏਜੰਸੀ ਹੈ, ਚਾਹੇ ਉਹ ਪੁਲਿਸ ਏਜੰਸੀ ਹੈ, ਚਾਹੇ ਉਹ ਸਿੱਟ ਆ, ਉਹਨਾਂ ਕੋਲ ਅਧਿਕਾਰ ਆ ਉਹ ਆਪਣਾ ਕੇਸ ਫਰਦਰ ਇਨਵੈਸਟੀਗੇਟ, ਇਨਕੁਆਇਰੀ ਜਾਂ ਕੋਈ ਚਲਾਨ ਪੇਸ਼ ਕਰਨਾ ਚਾਹੁੰਦੇ ਉਹ ਕਰ ਸਕਦੇ, ਲਿਬਰਟੀ ਦਿੱਤੀ। ਇਹ ਕੋਈ ਆਰਡਰ ਜ਼ਿਆਦਾ ਪੁਰਾਣਾ ਨਹੀਂ ਜੀ, ਆਰਡਰ ਹੈਗਾ 13 ਚੌਥਾ ਮਹੀਨਾ 2023 ਦਾ, ਇਸੇ ਸਾਲ ਦਾ। ਸਿੱਟ ਕਨਸਟੀਟਿਊਟ ਹੋਈ, ਉਹਨਾਂ ਨੇ ਆਪਣਾ ਕੀਤਾ, ਉਸ ਤੋਂ ਬਾਅਦ ਇਹਨਾਂ ਨੂੰ ਚੱਕਿਆ। ਤੇ ਹੁਣ ਜਿਹੜਾ 1.5 ਮਹੀਨੇ ਦੀ ਤੁਹਾਨੂੰ ਗੱਲ ਕਰਦਾ ਸੀਗਾ, ਅਸੀਂ ਵੀ ਆਪਸ 'ਚ ਗੱਲ ਕਰਦੇ ਕਿ ਇੰਨਾ ਬੰਦਾ ਗਲਤ ਕਿੱਦਾਂ ਬੋਲ ਸਕਦਾ। ਗਲਤ ਬੋਲਣ ਦਾ ਪਰਪਸ ਇਹ ਹੀ ਲੋਕਾਂ 'ਚ ਇਹ ਪਰਸੈਪਸ਼ਨ ਕ੍ਰੀਏਟ ਕਰਨੀ ਕਿ ਆਮ ਬੰਦਾ ਇਹ ਸੋਚੇ ਕਿ ਯਾਰ ਸੁਖਪਾਲ ਖਹਿਰਾ ਨੇ ਤੇ ਹੱਦਾਂ ਹੀ ਲੰਘਤੀਆਂ, ਇੰਨਾ ਗਲਤ ਬੋਲਿਆ, ਕੋਈ ਵੀ ਇੱਕ ਬੰਦਾ ਜਿਹੜਾ ਅਣਖ ਰੱਖਦਾ ਉਹ ਤਾਂ ਇਹਦੇ ਖਿਲਾਫ ਕਰੂ ਕਾਰਵਾਈ। ਉਹ ਬੇਸਿਕਲੀ ਇੱਕ ਇਮੇਜ ਬਣਾਈ ਗਈ, ਜਾਣ ਬੁੱਝ ਕੇ ਇੱਕ ਪਾਵਰਫੁਲ ਬੰਦਾ ਚੁਣਿਆ ਗਿਆ, ਇਹ ਸ਼ੋਅ ਕੀਤਾ ਗਿਆ, ਜਦ ਕਿ ਉਹਨਾਂ ਦਾ ਪੜਦਾ ਤੇ ਹੈਗਾ 2015 ਦਾ ਅਕਾਲੀ ਗਵਰਨਮੈਂਟ ਦਾ ਜਿਹੜਾ ਹੋਇਆ ਪਰਚਾ। ਨਾਮ ਇਹਨਾਂ ਦਾ ਕਾਂਗਰਸ ਗਵਰਨਮੈਂਟ ਦੇ ਵਿੱਚ ਆਉਂਦਾ ਆ, ਫੜੇ ਆਪ ਗਵਰਨਮੈਂਟ 'ਚ ਜਾਂਦੇ ਆ, ਉਦੋਂ ਵੀ ਪੋਲੀਟੀਕਲ ਵੈਂਡੇਟਾ ਲਿਖੀ ਜਾਂਦੇ ਆ। ਦੇਖੋ ਆ ਐਪਲੀਕੇਸ਼ਨ ਜਿਹੜੀ ਨੇ ਸਭ ਤੋਂ ਪਹਿਲੀ ਸੀ, ਇਹਦੇ 'ਚ ਉਹਨਾਂ ਨਾਂ ਨਹੀਂ, ਇਹਦੇ ਵਿੱਚ ਵੀ ਮੈਂਸ਼ਨ ਕੀਤਾ ਇਟ ਇਜ਼ ਅ ਪੋਲੀਟੀਕਲ ਵੈਂਡੇਟਾ। ਜੋ ਤੁਹਾਡਾ ਨਾਮ ਹੀ ਹੈ ਨਹੀਂ, ਹਾਊ ਕੁਡ ਯੂ ਸੇ ਪੋਲੀਟੀਕਲ ਵੈਂਡੇਟਾ। ਹੁਣ ਇਹ ਬੇਸਿਕਲੀ ਲੋਕਾਂ ਦੇ ਮਨਾਂ ਵਿੱਚ ਇਹ ਗੱਲ ਪਾਉਣ ਲਈ ਕਿ ਮੇਰੇ ਨਾਲ ਧੱਕਾ ਹੋ ਰਿਹਾ, ਮੈਂ ਵਿਕਟਿਮ ਆ, ਮੈਂ ਬੋਲਿਆ ਸੀ ਇਹਨਾਂ ਦੇ ਖਿਲਾਫ, ਇਹਨਾਂ ਮੇਰੇ ਖਿਲਾਫ ਕਾਰਵਾਈ ਕੀਤੀ। ਸੋ ਇਹ ਤਰੀਕਾ। ਦੂਜੀ ਗੱਲ, ਕਈ ਵਾਰੀ ਆਪਾਂ ਗੱਲ ਕਰਦੇ ਨੇ ਕਿ ਅਰੈਸਟ ਕਿਉਂ ਕਰਨ ਦੀ ਲੋੜ ਸੀਗੀ, ਅਰੈਸਟ ਕਿਉਂ ਕਰਨ ਦੀ ਲੋੜ ਸੀਗੀ। ਆ ਇੱਥੇ ਥੱਲੇ ਆਰਡਰ ਹੈ ਜੀ, ਈਡੀ ਦਾ ਜਿਹੜਾ ਕੇਸ ਆ, ਈਡੀ ਦਾ ਕੇਸ ਖਤਮ ਨਹੀਂ ਹੋਇਆ। ਇਹਨਾਂ ਨੇ ਇੱਕ ਡਿਸਚਾਰਜ ਦੀ ਐਪਲੀਕੇਸ਼ਨ ਲਾਈ ਸੀਗੀ, ਡਿਸਚਾਰਜ ਦੀ ਐਪਲੀਕੇਸ਼ਨ ਦੀ ਕਾਪੀ ਆ ਹੈ ਜੀ। ਡਿਸਚਾਰਜ ਦੀ ਐਪਲੀਕੇਸ਼ਨ ਲਾਈ ਕਿ ਮੇਰੇ ਖਿਲਾਫ ਜਿਹੜੀਆਂ ਪ੍ਰੋਸੀਡਿੰਗਸ ਹੈ ਇਹਨਾਂ ਨੂੰ ਡ੍ਰੌਪ ਕਰ ਦਿੱਤਾ ਜਾਵੇ, ਕਿਉਂਕਿ ਸੁਪਰੀਮ ਕੋਰਟ ਨੇ ਮੇਰਾ ਸੰਮਨ ਕੁਆਸ਼ ਕਰ ਦਿੱਤਾ। ਸੰਮਨ ਦੇ ਬੇਸ ਤੇ ਕੇਸ ਸੀ, ਜੱਜ ਸਾਹਿਬ ਨੇ ਡਿਸਮਿਸ ਕਰਤੀ। ਹੈ ਡਿਸਮਿਸ ਕਰਨ ਦਾ ਮਤਲਬ ਉਹਨਾਂ ਕਿਹਾ ਕਿ ਇਹ ਸੀਰੀਅਸ ਕ੍ਰਾਈਮ ਆ, ਬਹੁਤ ਸੀਰੀਅਸ ਗੱਲ ਆ, ਤੇ ਉਹਨਾਂ ਦੀ ਜਿਹੜੀ ਸੁਪਰੀਮ ਕੋਰਟ ਦੀ ਜਿਹੜਾ ਮੰਨਿਆ ਕਿ ਠੀਕ ਹੈ ਕੁਆਸ਼ ਕਰ ਦਿੱਤੀ, ਪਰ ਇਹ ਪ੍ਰੋਸੀਡਿੰਗ ਅਸੀਂ ਡ੍ਰੌਪ ਨਹੀਂ ਕਰਾਂਗੇ। ਨਾਲ ਦੀ ਨਾਲ ਉਹਨਾਂ ਨੇ ਵਿੱਚ ਆਪਣੇ ਇਹ ਮੰਗਿਆ ਕਿ ਮੈਨੂੰ ਅਮਰੀਕਾ ਤੇ ਕੈਨੇਡਾ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਹੁਣ ਤੁਸੀਂ ਇਹ ਦੱਸੋ ਕਿ ਇੱਕ ਇੰਟਰਨੈਸ਼ਨਲ ਡਰੱਗ ਰੈਕੇਟ ਦੀ ਆਪਾਂ ਗੱਲ ਕਰਦੇ ਹਾਂ, ਪੰਜਾਬ ਲੈਵਲ ਤੇ ਨਸ਼ਾ ਵੇਚਣ ਦੀ, ਬਾਹਰ ਗਲਤ ਬੰਦਿਆਂ ਨਾਲ, ਮੇਜਰ ਸਿੰਘ ਜਿਹੜਾ ਹੈ ਬਾਜਵਾ ਇਹ ਯੂਕੇ ਦਾ, ਚਰਨਜੀਤ ਜਿਹੜੀ ਕੌਰ ਆ ਉਹ ਵੀ ਯੂਕੇ ਦੀ ਹੈ। ਮਤਲਬ ਇੱਕ ਇਹਦੇ ਤਾਰ ਜਿਹੜੇ ਆ ਵੱਖ-ਵੱਖ ਦੇਸ਼ਾਂ ਨਾਲ ਜੁੜਦੇ ਆ। ਉਹ ਬੰਦਾ ਉਹਦੇ ਵਿੱਚ ਪ੍ਰਾਈਮ ਸਸਪੈਕਟ ਹੋਵੇ, ਪੁਲਿਸ ਤੁਹਾਨੂੰ ਲੱਗਦਾ ਜਾਣ ਦਊਗੀ ਉਹਨੂੰ ਬਾਹਰ? ਇਹ ਵੀ ਇੱਕ ਟਿਪੀਕਲ ਕੇਸ ਹੋ ਜਾਊਗਾ, ਜਿੱਦਾਂ ਨੀਰਵ ਮੋਦੀ ਚਲਾ ਗਿਆ, ਵਿਜੇ ਮਾਲਿਆ ਚਲਾ ਗਿਆ, ਬਾਅਦ 'ਚ ਫਿਰ ਹੱਥ ਮਲਦੇ ਕਹਿੰਦੇ ਜੀ ਐਕਸੀਡੇਟ ਕਰਾਵਾਂਗੇ, ਲਿਆਵਾਂਗੇ, ਪ੍ਰੋਸੀਜਰ ਕਰਾਂਗੇ, ਤੇ ਇਹਨਾਂ ਨੂੰ ਕੋਰਟ ਜਾਂ ਸਾਰਾ ਕੁਛ ਇਹਦੇ ਪ੍ਰੂਫ ਐਵੀਡੈਂਸਿਸ ਹੋਣ ਦੇ ਬਾਵਜੂਦ ਇਸ ਬੰਦੇ ਨੂੰ ਬਾਹਰ ਕਿੱਦਾਂ ਜਾਣ ਦਿੰਦੇ? ਗੱਲ ਫਿਰ ਇਹੀ ਹੋਣੀ ਹੀ ਨਹੀਂ, ਪੰਜਾਬ ਗਵਰਨਮੈਂਟ ਨੇ ਜਾਂ ਆਪਣੀ ਪੁਲਿਸ ਕੀ ਕਰਦੀ ਸੀਗੀ। ਬੇਸਿਕਲੀ ਇਸ ਬੰਦੇ ਦਾ ਮੋਟਿਵ ਕੀ ਸੀਗਾ ਕਿ ਜੇ ਤੇ ਸੱਚਾ ਆ ਤਾਂ ਇਹ ਥੱਲੇ ਲੋਅਰ ਕੋਰਟ 'ਚ ਚੁੱਪਚਾਪ ਸਿੱਧੇ ਤਰੀਕੇ ਨਾਲ ਜਾ ਕੇ
ਕੇਸ ਲੜੇ, ਇਹਨੂੰ ਕਿਹੜਾ ਕੋਈ ਸਜ਼ਾ ਦਿੱਤੀ? ਜਿੱਦਾਂ ਹੁਣ ਚੱਕ ਕੇ ਲੈ ਕੇ ਕੋਈ ਫਾਂਸੀ ਥੋੜਾ ਦੇ ਦੇਣ ਲੱਗੇ ਆ। ਰਿਮਾਂਡ ਲਈ ਉਸ ਤੋਂ ਬਾਅਦ ਇਵੈਂਚੁਅਲੀ ਕੇਸ ਤੇ ਕੋਰਟ ਦੇ ਵਿੱਚ ਚੱਲਣਾ ਆ। ਕੋਰਟ ਦੇ ਵਿੱਚ ਜਿਹੜੇ ਇਹਨਾਂ ਕੋਲ ਹੋਣਗੇ ਐਵੀਡੈਂਸਿਸ ਸਟੇਟ ਦੇ ਕੋਲ, ਸਟੇਟ ਆਪਣੇ ਇੱਦਾਂ ਰੱਖਣਗੇ ਟੇਬਲ ਤੇ ਮੋਹਰੇ ਜੱਜ ਸਾਹਿਬ ਦੇ, ਇਹ ਉਹਨੂੰ ਰਿਬਟ ਕਰੇ, ਕਵੇ ਕਿ ਇਹ ਗਲਤ ਆ, ਪ੍ਰੂਵ ਕਰ ਦੇਵੇ। ਇਹ ਬੇਸਿਕਲੀ ਇੰਨੇ ਸਾਲਾਂ ਦਾ, ਜਿੱਦਾਂ ਕਈ ਵਾਰੀ ਕਹਿੰਦੇ 8 ਸਾਲ ਹੋ ਗਏ, 8 ਸਾਲ ਕਿੱਦਾਂ ਹੋ ਗਏ ਜੀ? 8 ਸਾਲ ਤਾਂ ਬੇਸਿਕਲੀ ਇਹਨੇ ਬਣਾਏ ਆ। ਚੱਲ ਵੀ ਸੁਪਰੀਮ ਕੋਰਟ, ਹੁਣ ਸੁਪਰੀਮ ਕੋਰਟ ਤੋਂ ਅੱਗੇ ਵੀ ਕੋਈ ਕੋਰਟ ਹੁੰਦੀ ਉੱਥੇ ਵੀ ਚੱਲ ਜਾਣਾ ਇਹਨੇ। ਇਹ ਬੇਸਿਕਲੀ ਟਾਈਮ ਬਾਇੰਗ ਟੈਕਟਿਕਸ ਆ ਇਹਨਾਂ ਦੇ। ਮੈਂ ਤੁਹਾਨੂੰ ਅੱਗੇ ਵੀ ਗੱਲ ਕਰਦਾ ਆ, ਇਹਨਾਂ ਨੂੰ ਬਹੁਤ ਇਹਨਾਂ ਦੇ ਰਿਲੇਸ਼ਨ ਹੈ ਜੁਡੀਸ਼ਰੀ ਦੇ ਵਿੱਚ, ਤੇ ਹੁਣ ਬਾਰ-ਬਾਰ ਧੱਕਾ ਕਰਦੇ ਆ। ਤੁਸੀਂ ਇੱਕ ਵੀਡੀਓ ਇਹਨਾਂ ਦੀ ਜਦੋਂ ਆ ਗੱਡੀ 'ਚ ਚੜਾਉਂਦੇ ਆ, ਤੁਸੀਂ ਦੇਖੀ ਵੀਡੀਓ? ਜਦੋਂ ਸਵੇਰੇ ਅਰੈਸਟ ਕਰਦੇ ਆ, ਅਰੈਸਟ ਕਰਕੇ ਜੋ ਗੱਡੀ 'ਚ ਬਿਠਾਉਣ ਲੱਗੇ ਤੇ ਡੀਐਸਪੀ ਨੂੰ ਨਾਲ ਨਹੀਂ ਬੈਠਣ ਦਿੰਦਾ। ਇਹ ਕਹਿੰਦਾ ਜੀ ਪਰ ਇਹ ਉਹ ਇੱਥੇ ਮੈਂ ਤੰਗ ਹੋ ਕੇ ਬਹਿਣਾ, ਕੰਫਰਟੇਬਲ ਚੱਲੀਏ, ਤੁਸੀਂ ਉੱਤਰ ਜਾਓ ਗੱਡੀ 'ਚੋਂ। ਇਹਨੂੰ ਧੱਕਾ ਕਹਿੰਦੇ ਆਪਾਂ? ਧੱਕਾ ਤੇ ਮੈਂ ਇਸ ਗੱਲ ਨੂੰ ਕਹਿੰਦਾ ਹੈ, ਧੱਕਾ ਤਾਂ ਇਹ ਸੀਗਾ, ਆਹ ਧੱਕਾ ਸੀ ਕਿ ਇੱਕ ਬੰਦਾ ਜਿਹੜਾ ਖੋਜਬੀਨ ਕਰਦਾ ਸੀਗਾ, ਜਿਹੜੇ ਬੰਦੇ ਗਾਇਬ ਹੋ ਗਏ ਉਹਨਾਂ ਦੀ ਖੋਜਬੀਨ ਕਰਦਾ ਸੀਗਾ, ਉਹਦਾ ਆਪ ਦਾ ਪਤਾ ਥੀ ਨਹੀਂ ਲੱਗਾ, ਇਹਨੂੰ ਕਹਿੰਦੇ ਧੱਕਾ। ਧੱਕਾ ਇਹ ਸੀਗਾ ਕਿ ਜਿਹੜਾ ਇਹਦੇ ਫਾਦਰ ਦੇ ਟਾਈਮ ਦੇ ਉੱਤੇ ਜਿਹੜੀਆਂ ਇਹਨਾਂ ਨੇ ਜ਼ੁਲਮ ਕੀਤੇ, ਜਿਹੜੇ ਸੁਖਪਾਲ ਖਹਿਰਾ ਦੇ ਫਾਦਰ ਨੇ, ਖਾਲਿਸਤਾਨ ਦਾ ਨਾਮ ਲਿਆ, ਨਾਰਾ ਲਵਾਇਆ ਖਾਲਿਸਤਾਨ ਦਾ, ਕਿਹਾ ਕਿ ਕਿਹਨੂੰ ਖਾਲਿਸਤਾਨ ਚਾਹੀਦਾ, ਹੱਥ ਖੜਾ ਕਰੇ। ਸਪੀਚ ਦਿੱਤੀ, ਸਪੀਚ ਤੁਹਾਨੂੰ ਉਹਦੀ ਵੀਡੀਓ ਭੇਜ ਦੂੰਗਾ ਸਾਰਿਆਂ ਕੋਲ। ਹੱਥ ਖੜੇ ਕਰਾਏ, ਕਹਿੰਦੇ ਇਦਾਂ ਨਹੀਂ ਗੱਲ ਬਣਨੀ, ਗੱਲ ਬਣਨੀ ਸਿਰ ਦੇਣੇ ਪੈਣੇ ਆ। ਉਹ ਬੰਦਿਆਂ ਨੂੰ ਅੱਗੇ ਤੋਰ ਕੇ ਉਹ ਬੰਦਿਆਂ ਦੀ ਬਾਅਦ ਚੋਂ ਕੁਰਬਾਨੀ ਦਿੱਤੀ, ਉਹਨਾਂ ਦਾ ਆਪ ਉਹਨਾਂ ਦੀ ਮੁਖਬਰੀ ਕੀਤੀ। ਡਬਲ ਏਜੰਟ ਸੀਗੇ ਸੁਖਪਾਲ ਖਹਿਰਾ ਦੇ ਫਾਦਰ, ਤੇ ਇਹ ਵੀ ਉਹੀ ਹੈ। ਇਹ ਮੈਂ ਬੜਾ ਕਲੀਅਰ ਮੈਸੇਜ ਦੇਣਾ ਚਾਹੁੰਦਾ ਪੰਜਾਬੀਆਂ ਨੂੰ, ਜਿਹੜੇ ਖਾਸ ਕਰਕੇ ਐਨਆਰਆਈ। ਇੱਥੇ ਤੇ ਲੋਕਾਂ ਨੂੰ ਫਿਰ ਵੀ ਪਤਾ, ਬਾਹਰ ਸਿਰਫ ਇਹ ਆ ਕਿ ਫੇਸਬੁੱਕ ਤੇ ਬੋਲਿਆ। ਹੁਣ ਆਪਾਂ ਗੱਲ ਕਰਦੇ ਪਾਣੀ ਦਾ, ਕਦੀ ਕਹਿੰਦਾ ਜੀ ਪਾਣੀ ਦਾ ਮੁੱਦਾ, ਪਾਣੀ ਦੇ ਮੁੱਦਿਆਂ ਤੇ ਗੱਲ ਕਰਦੇ ਆ। ਮੈਨੂੰ ਇੱਕ ਗੱਲ ਇਹ ਸਮਝਾਵੇ, ਅੱਜ ਸੱਚ ਪਹਿਲਾਂ ਇਹਦੀ ਗੱਲ ਕੰਪਲੀਟ ਸੁਣ ਲਿਓ ਜੀ। ਆ ਜਿਹੜੀਆਂ ਫੋਟੋਆਂ ਦੇਖ ਰਹੇ ਨਾ ਜਿਹੜੇ ਬੰਦੇ, ਜਿਹੜਾ ਸਭ ਤੋਂ ਲਾਸਟ ਵਾਲਾ ਬੰਦਾ ਹੈ ਰਾਮਗੜ੍ਹ ਪਿੰਡ ਦਾ, ਜਿੱਥੋਂ ਸੁਖਪਾਲ ਸਿੰਘ ਖਹਿਰਾ ਰਹਿਣ ਵਾਲਾ, ਇਹਨੂੰ ਕੀ ਇਨਸਾਫ ਮਿਲਿਆ? ਧੱਕਾ ਤੇ ਇਹਨੂੰ ਕਹਿੰਦੇ ਨਾ ਕਿ ਇੱਕ ਮੁੰਡਾ ਘਰੋਂ ਗਿਆ ਹੋਵੇ ਤੇ ਵਾਪਸ ਨਾ ਆਵੇ। ਧੱਕਾ ਤੇ ਇਹ ਹੈ ਨਾ ਕਿ ਇੱਕ ਜਿਹੜਾ ਬੱਚਾ ਆ ਨਸ਼ੇ ਦੀ ਓਵਰਡੋਜ਼ ਨਾਲ ਮਰ ਜਾਵੇ। ਤੁਸੀਂ ਇਹ ਦੇਖੋ ਕਿੱਡੀ ਹਾਸੋਹੀਣੀ ਗੱਲ ਆ ਕਿ ਇਹਦਾ ਨਾਮ ਨਸ਼ੇ ਦੇ ਵਿੱਚ ਆਉਂਦਾ, ਅਜੇ ਇਨੋਸੈਂਟ ਪ੍ਰੂਵ ਨਹੀਂ ਹੋਇਆ, ਪਰ ਲੋਕਾਂ 'ਚ ਇਨੋਸੈਂਟ ਆਪਣੇ ਆਪ ਨੂੰ ਕਹਿੰਦਾ ਮੈਂ ਇਨੋਸੈਂਟ ਆ। ਕਿਸ ਚੀਜ਼ ਬਾਰੇ ਜੀ? ਵੀਡੀਓ ਪ੍ਰੂਫ ਕਦੇ? ਵੀਡੀਓਜ਼ ਤੁਹਾਨੂੰ WhatsApp ਤੇ ਸਾਰਿਆਂ ਨੂੰ ਫਾਰਵਰਡ ਆ ਜਾਂਦੇ, ਤੁਸੀਂ ਦੇਖ ਲਓ ਜੀ। ਜਿਹੜੀ ਬੇਸਿਕਲੀ ਜੀ ਕੇਸ ਨਾਲ ਰਿਲੇਟਡ ਆ, ਵੀਡੀਓ ਦੀ ਨਹੀਂ ਗੱਲ ਕਰਦਾ, ਪ੍ਰੂਫ ਦੀ ਗੱਲ ਕਰਦਾ। ਤੁਹਾਨੂੰ ਜੱਜਮੈਂਟਸ ਦੇ ਰਿਹਾ, ਉਹਦੇ ਵਿੱਚ ਤੁਸੀਂ ਪੜ੍ਹਦੇ ਤੇ ਉਹਦੇ ਵਿੱਚ ਕਨਵਿਕਟਡ ਹੈ ਜੀ। ਹਾਂਜੀ, ਨया ਮੈਂ ਤੁਹਾਨੂੰ ਇਹੀ ਤੇ ਦੱਸ ਰਿਹਾ ਕਿ ਬਾਹਰ ਜਾਣ ਦੀ ਕੋਸ਼ਿਸ਼ ਕਰ ਰਹੇ ਸੀਗੇ ਇੱਥੋਂ। ਕੋਰਟ ਨੇ ਮੇਰੀ ਹੁਣ ਮੈਂ ਦੱਸਣ ਲੱਗਾ ਕਿ ਕੋਰਟ ਨੇ ਐਕਨੋਲੇਜ ਕੀਤਾ, ਤੁਸੀਂ ਕਿਹਾ ਬਿਲਕੁਲ ਸਹੀ। ਨਾਲ ਇੱਕ ਕੰਡੀਸ਼ਨ ਰੱਖੀ, ਸਬਜੈਕਟ ਕੰਡੀਸ਼ਨ ਛੱਡੋ, ਐਕਨੋਲੇਜ ਕੀਤਾ ਜਾਂ ਨਹੀਂ ਕੀਤਾ? 12 ਦਿਨ ਲਈ ਪਰਮਿਟ ਕੀਤਾ, ਹਾਂਜੀ ਐਕਨੋਲੇਜ ਕੀਤਾ, ਪਰ ਨਹੀਂ ਮੈਂ ਕਦੋਂ ਕਿਹਾ ਐਕਨੋਲੇਜ ਨਹੀਂ ਕੀਤਾ? ਐਕਨੋਲੇਜ ਕੀਤਾ ਵਿਦ ਕੰਡੀਸ਼ਨਸ। ਕੰਡੀਸ਼ਨ ਇਹ ਰੱਖੀ ਅਪਾਇੰਟਮੈਂਟ ਲਿਆਓ। ਨਹੀਂ ਜੀ, ਮੇਰੀ ਗੱਲ ਤਾਂ ਸੁਣ ਲਓ। 12 ਦਿਨ ਦੀ ਪਰਮਿਸ਼ਨ ਇੱਕ ਕੰਡੀਸ਼ਨ ਤੇ ਆ। ਕੰਡੀਸ਼ਨ ਇਹ ਆ ਕਿ ਪਹਿਲਾਂ ਤੇ ਆ ਕੇ ਆਪਣਾ ਮੈਡੀਕਲ ਰਿਕਾਰਡ ਦੇਣ ਕਿ ਇਹਨਾਂ ਨੂੰ ਕੋਈ ਬਿਮਾਰੀ ਹੈਗੀ ਏ। ਉਹ ਬਿਮਾਰੀ ਹੋਊਗੀ ਤਾਂ ਮਿਲੂਗੀ। ਇੱਕ ਮਿੰਟ ਗੱਲ ਸੁਣ ਲਿਓ ਪਲੀਜ਼। ਹੁਣ ਦੂਜੀ ਗੱਲ ਇਹ ਆ ਕਿ ਨਾਲ ਦੀ ਨਾਲ ਉਹ ਜਿਹੜੀ ਅਪਾਇੰਟਮੈਂਟ ਜਿਹੜੇ ਡਾਕਟਰ ਕੋਲ ਲੈਣਾ ਚਾਹੁੰਦੇ ਆ, ਉਹ ਮੇਰੀ ਗੱਲ ਸੁਣੋ, ਕੋਈ ਤੁਸੀਂ ਇਲਾਜ ਕਰਾਉਣਾ ਕਿਤੇ ਕਿਸੇ ਬਾਹਰਲੇ ਦੇਸ਼ ਵੀ ਕਰਾਉਣਾ, ਜਾਂ ਤਾਂ ਤੁਸੀਂ ਅਮਰੀਕਾ ਕਰਾਓਗੇ ਜਾਂ ਕੈਨੇਡਾ, ਦੋ ਦੇਸ਼ਾਂ 'ਚ ਕਿੱਦਾਂ ਇਲਾਜ ਕਰਾਉਣਾ ਜੀ? ਕਿਉਂ ਮਰਜ਼ੀ ਸਾਡਾ ਜੀ ਇੰਟਰਸਟ ਇਹ ਆ, ਸਾਫ਼ ਜੀ ਗੱਲ, ਕਿ ਅਸੀਂ ਕਹਿੰਦੇ ਆ ਕਿ ਜਿਹੜਾ ਪੰਜਾਬ ਦਾ ਯੂਥ ਆ, ਜਿਹੜੇ ਐਨਆਰਆਈ ਆ, ਇਹ ਲਗਾਤਾਰ ਉਹਨਾਂ ਨੂੰ ਸਿੱਖੀ ਦੇ ਨਾਮ ਤੇ ਗੁੰਮਰਾਹ ਕਰ ਰਹੇ ਆ। ਬੇਸਿਕਲੀ ਸਿੱਖੀ ਦਾ ਘਾਣ ਕਰਨ ਵਾਲੇ ਤੇ ਇਹ ਆ ਤੇ ਇਹਦੇ ਫਾਦਰ ਆ। ਖਾਲਿਸਤਾਨ ਦੀ ਗੱਲ ਤੇ ਅੱਜ ਵੀ ਹੋ ਰਹੀ ਹੈ, ਫਿਰ ਉਹਦਾ ਵਿਰੋਧ ਕਿਉਂ ਨਹੀਂ ਕਰਦੇ? ਕੌਣ ਜੀ? ਖਾਲਿਸਤਾਨ ਦੀ ਗੱਲ ਤੇ ਅੱਜ ਵੀ ਹੋ ਰਹੀ ਹੈ। ਖਾਲਿਸਤਾਨ ਦੀ ਗੱਲ ਅਸੀਂ ਤੇ ਕਹਿ ਰਹੇ ਹਾਂ ਕਿ ਅਸੀਂ ਚਾਹੁੰਦੇ ਪੰਜਾਬ 'ਚ ਸ਼ਾਂਤੀ ਹੋਵੇ। ਜੀ ਰਿਲੇਟਡ ਇਹ ਆ ਕਿ ਸੁਖਪਾਲ ਖਹਿਰਾ, ਇੱਕ ਗੱਲ ਬੜੀ ਧਿਆਨ ਨਾਲ ਸੁਣਿਓ, ਜਿਹੜੇ ਸੁਖਪਾਲ ਖਹਿਰਾ ਦੇ ਫਾਦਰ ਸੀਗੇ ਡੀਐਸਪੀ ਸੁਖਜਿੰਦਰ ਸਿੰਘ, ਡੀਐਸਪੀ ਸੀਗੇ, ਬਾਰਡਰ ਰੇਂਜ ਤੇ ਪੋਸਟਡ ਸੀਗੇ। ਉਹਨਾਂ ਦੇ ਲਿੰਕ ਸੀ, ਸਮਗਲਿੰਗ ਚੱਲਦੀ ਸੀ। ਉਹਨਾਂ ਨੂੰ ਆਪਣੀ ਜਿਹੜੀ ਹੈ, ਉਹਨਾਂ ਨੇ ਆਪਣੀ ਰਿਟਾਇਰਮੈਂਟ ਨਹੀਂ ਲਈ, ਉਹਨਾਂ ਨੂੰ ਫੋਰਸ ਚੋਂ ਕੱਢਿਆ ਗਿਆ। ਉਹ ਇੱਕ ਵਾਰੀ ਘੋਖ ਕਰ ਲਿਓ ਕਿ ਉਹ ਕਿਉਂ ਬਾਹਰ ਹੋਏ। ਉਹ ਜਿਹੜਾ ਉਹਨਾਂ ਦਾ ਮੇਰਾ ਇਹਨਾਂ ਦਾ
ਦੇਖੋ ਜੀ ਮੈਂ ਆਪਣੇ ਤੌਰ ਤੇ ਆਇਆ ਆ, ਵਕੀਲ ਤੌਰ ਤੇ ਤੁਹਾਨੂੰ ਐਕਸਪਲੇਨ ਕਰਨ ਆਇਆ ਜੀ। ਨਹੀਂ ਜੀ, ਗਲਤ ਪਰਸੈਪਸ਼ਨ ਮੈਂ ਤੁਹਾਨੂੰ ਦੱਸ ਰਿਹਾ। ਹਾਂਜੀ ਹੈਗੇ ਜੀ, ਹਾਂਜੀ ਹਾਂਜੀ ਲੜੇ ਭਲੱਥ ਤੋਂ ਜੀ। ਨਹੀਂ ਮੈਂ ਤਾਂ ਤੁਹਾਨੂੰ ਹੁਣ ਮੈਂ ਤੁਹਾਨੂੰ ਯਾਰ ਮੇਰੀ ਇੱਕ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਇਸ ਹਿਸਾਬ ਨਾਲ ਤਾਂ ਤੁਸੀਂ ਇਹ ਕਹਿਣਾ ਚਾਹੁੰਦੇ ਕਿ ਮੇਰੀ ਗੱਲ ਸੁਣੋ। ਮੇਰੀ ਇੱਕ ਭਾਜੀ ਇੱਕ ਲਾਸਟ ਬੇਨਤੀ ਹੈ, ਇਹ ਤੋਂ ਬਾਅਦ ਤੁਸੀਂ ਜੋ ਪੁੱਛਣਾ ਪੁੱਛ ਲਿਓ। ਮੇਰੀ ਇਹ ਲਾਸਟ ਬੇਨਤੀ ਤੁਹਾਨੂੰ ਹੈ ਕਿ ਤੁਸੀਂ ਇਹ ਕਹਿਣਾ ਚਾਹੁੰਦੇ ਕਿ ਮੈਨੂੰ ਇੱਥੇ ਬਹਿ ਕੇ ਆ ਨਹੀਂ ਕਰਨਾ ਚਾਹੀਦਾ। ਤੁਸੀਂ ਸਹੀ ਕੰਟੈਕਸਟ ਮੈਂ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਉਹ ਬੱਚਿਆਂ ਨੂੰ ਫਿਰ ਗੁੰਮਰਾਹ ਕਰਕੇ ਇਹ ਵਿਕਟਿਮ ਕਾਰਡ ਪਲੇ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਵਿਕਟਿਮ ਹੈ। ਤੇ ਤੁਹਾਨੂੰ ਡਾਕੂਮੈਂਟਸ ਦੇ ਤੇ ਰਿਹਾ, ਮੈਂ ਕਹਿੰਦਾ ਡਾਕੂਮੈਂਟ ਲੈ ਲਓ, ਡਾਕੂਮੈਂਟਸ ਲੈ ਲਓ ਜੀ, ਆ ਲਓ ਜੀ। ਮੈਂ ਜਦੋਂ ਤੁਹਾਨੂੰ ਅੱਗੇ ਪੁੱਛਦਾ ਸੀਗਾ ਕਿ ਤੁਹਾਨੂੰ ਇਹਦੇ ਉੱਤੇ ਦਿਖਾਵਾਂ ਤਾਂ ਚੱਲੂਗਾ, ਤੁਸੀਂ ਕਿਹਾ ਜੀ WhatsApp ਤੇ ਭੇਜ ਦਿਓ। ਹਾਂਜੀ ਚਲੋ ਹੁਣ ਉਹਦੇ ਤੇ ਮੇਰੀ ਗੱਲ ਸੁਣ ਲਓ, ਪੋਲੀਟੀਕਲ ਰਾਈਵਲਰੀ ਦੀ ਗੱਲ ਸੁਣ ਲਓ। ਹੁਣ ਤੁਸੀਂ ਇਹ ਦੇਖੋ, ਜੇ ਸਾਡੀ ਪੋਲੀਟੀਕਲੀ ਰਾਈਵਲਰੀ ਹੈ, ਅਸੀਂ ਇਲੈਕਸ਼ਨ ਲੜੇ ਆ, ਬੜੀ ਕਲੀਅਰ ਦੱਸਦਾ ਇੱਥੇ ਸਾਹਮਣੇ, ਠੋਕ ਕੇ ਕਹਿਣਾ, ਠੋਕ ਕੇ 2017 ਚ ਇਲੈਕਸ਼ਨ ਲੜੇ, ਉਹ ਤੋਂ ਪਹਿਲਾਂ ਅਸੀਂ ਪੋਲੀਟੀਕਲ ਨਹੀਂ ਸੀ ਨਾ, ਨਹੀਂ ਸੀ। ਹੁਣ ਆਹ ਦੇਖੋ ਜੀ, ਆਹ ਪਰਚੇ ਆ, 13 ਪਰਚਿਆਂ ਦੀ ਲਿਸਟ ਆ। ਇਹ ਪਰਚੇ ਜਿਹੜੇ ਆ ਸਾਡੇ ਹੋਣ ਤੋਂ 9 ਪਰਚੇ, ਅਸੀਂ ਉਦੋਂ ਸਿਆਸਤ 'ਚ ਵੜੇ ਵੀ ਨਹੀਂ ਸੀਗੇ, 9 ਪਰਚੇ ਤੇ ਉਹਦੇ ਤੇ ਪਹਿਲਾਂ ਦੇ ਆ। ਮੈਨੂੰ ਇਹ ਦੱਸੋ ਕਿ ਜਿਹੜਾ 1984 ਜਾਂ 83 ਚ ਇੱਕ ਪਰਚਾ ਹੁੰਦਾ, ਕੋਈ ਇੱਕ ਨਜਾਇਜ਼ ਹਥਿਆਰ ਫੜਿਆ ਜਾਂਦਾ, ਉਸ ਤੋਂ ਬਾਅਦ ਸੋਲਨ ਵਿੱਚ ਉਹ ਤੇਲ ਚੋਰੀ ਕਰਦਾ, ਫਿਰ ਨਜਾਇਜ਼ ਹਥਿਆਰ ਫੜਿਆ ਜਾਂਦਾ ਉਹਦੇ ਕੋਲੋਂ, ਉਹ ਮੈਨੂੰ ਦੱਸੋ। ਅਸੀਂ ਭਾਜੀ ਅਸੀਂ ਜਿਹੜੀ ਆ ਹਿਸਟਰੀ ਦੀ ਚਰਚਾ ਨਹੀਂ ਕਰ ਰਹੇ, ਅਸੀਂ ਫਿਊਚਰ ਦੀ ਗੱਲ ਕਰ ਰਹੇ, ਜਿਹੜਾ ਤੁਸੀਂ ਕੁਝ ਲੈ ਕੇ ਆਏ ਸੀ ਨਵਾਂ ਖੁਲਾਸੇ। ਦੇਖੋ ਜੀ, ਮੈਂ ਤੁਹਾਨੂੰ ਬੇਸਿਕਲੀ ਇਹੀ ਤੇ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ। ਅੱਜ ਦੀ ਪ੍ਰੈਸ ਕਾਨਫਰੰਸ ਦਾ ਕੰਸਰਨ ਇਸ ਚੀਜ਼ ਨਾਲ ਸੀਗਾ ਕਿ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਇੱਕ ਉਹ ਪਰਸੈਪਸ਼ਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਮੈਂ ਵਿਕਟਿਮ ਆ। ਉਹ ਵਿਕਟਿਮ ਨਹੀਂ ਆ। ਬੇਸਿਕਲੀ ਜੇ ਇਨਸਾਫ ਚਾਹੁੰਦੇ ਆ ਪੰਜਾਬ ਲਈ, ਨਹੀਂ ਪਰ ਮੈਂ ਪੋਲੀਟੀਕਲ ਐਲੀਗੇਸ਼ਨ ਕਿੱਦਾਂ ਹੋ ਗਿਆ ਜੀ? ਮੈਂ ਤੁਹਾਨੂੰ ਪ੍ਰੂਵ ਕਰ ਦੇਣਾ, ਮੈਂ ਕਹਿੰਦਾ ਸੁਪਰੀਮ ਕੋਰਟ ਦਾ ਆਰਡਰ ਜਿਹੜਾ ਗਲਤ ਫੈਕਟ ਤੇ ਲਿਆ ਉਹਨਾਂ ਨੇ। ਤੁਸੀਂ ਇੱਕ ਗੱਲ ਕੀਤੀ ਕਿ ਸੁਪਰੀਮ ਕੋਰਟ ਜੋ ਨੇ ਗਲਤ ਫੈਕਟ ਪੇਸ਼ ਕੀਤੇ ਜੀ, ਕੀ ਤੁਸੀਂ ਉਹਨੂੰ ਹੁਣ ਚੈਲੰਜ ਕਰੋਗੇ? ਦੇਖੋ ਜੀ, ਮੈਂ ਚਲੋ ਇਹ ਵੀ ਗੱਲ ਸੁਣ ਲਓ, ਮੈਂ ਉਸ ਚੀਜ਼ ਦਾ ਪਾਰਟੀ ਨਹੀਂਗਾ। ਮੈਂ ਬਹੁਤ ਇਹਨਾਂ ਦੇ ਪਿੱਛੇ, ਮੇਰੀ ਕੋਈ ਇੰਟਰਵਿਊ ਪੁਰਾਣੀ ਕੱਢ ਕੇ ਦੇ ਲਓ, ਮੈਂ ਕਹਿੰਦਾ ਰਿਹਾ ਕਿ ਉਹਦੀ ਰਿਵਿਊ ਪਟੀਸ਼ਨ ਪਾਓ। ਰਿਵਿਊ ਪਟੀਸ਼ਨ ਮੈਂ ਨਹੀਂ ਨਾ ਪਾ ਸਕਦਾ ਜੀ, ਤੁਸੀਂ ਨਹੀਂ ਪਾ ਸਕਦੇ। ਜਦੋਂ ਤੁਸੀਂ ਕੇਸ ਦੇ ਪਾਰਟੀ ਨਹੀਂ, ਤੁਸੀਂ ਕਿੱਦਾਂ ਚੈਲੰਜ ਕਰ ਸਕਦੇ ਆ? ਹਾਂਜੀ ਕੋਰਟ 'ਚ ਮੈਂ ਨਾ ਇੱਕ ਗੱਲ ਦੱਸਣ ਲੱਗਾ ਆ। ਇੱਕ ਨਵੀਂ ਚੀਜ਼ ਇਹ ਵੀ ਆ ਕਿ ਆ ਇੱਥੇ ਲੈਟਰ ਪਿਆ ਜੀ, ਆ ਬੇਸਿਕਲੀ ਜਿਹੜੀ ਤੁਸੀਂ ਚੀਜ਼ ਦੇਖ ਰਹੇ ਆ, ਜਿੰਨੇ ਪੇਜ ਆ 50 ਪੇਜ ਆ, ਇਹ ਮੈਂ ਚੀਫ ਜਸਟਿਸ ਆਫ ਇੰਡੀਆ ਨੂੰ ਲੈਟਰ ਲਿਖਿਆ। ਮੈਂ ਇਹ ਲੈਟਰ ਲਿਖਿਆ ਆ ਕਿ 13 ਜਿਹੜੇ ਇਹਦੇ ਤੇ ਪਰਚੇ ਸੀ, ਧੱਕੇ ਦੀ ਗੱਲ ਕਰਦੇ ਆ, ਮੈਂ ਧੱਕਾ ਨਾਲ ਇਹ ਵੀ ਦੱਸਦਾ ਧੱਕਾ ਕਹਿੰਦੇ ਕਿਹਨੂੰ ਆ। 13 ਇਹਦੇ ਪਰਚੇ ਹੀ, ਇੱਕ 'ਚ ਵੀ ਟਰਾਇਲ ਨਹੀਂ ਚੱਲਿਆ। ਦੂਜੀ ਗੱਲ, ਆ ਮੇਰੇ ਕੋਲ ਆ ਸਾਡੇ ਕੇਸ ਆ ਜਿਹੜੇ ਇਹਦੇ ਖਿਲਾਫ ਜੈਨੂਇਨ ਕੇਸ ਸੀ। 6 ਸਾਲ 60 ਤਰੀਕਾਂ ਪਈਆਂ ਇਹਦੇ 'ਚ 50 ਤਰੀਕਾਂ ਪਈਆਂ, ਸੰਮਣ ਤੱਕ ਨਹੀਂ ਕੀਤੇ। ਮੈਂ ਇਹ ਕਹਿ ਰਿਹਾ ਕਿ ਗੱਲ ਇਹ ਜੀ, ਇਹਦੇ ਜੁਡੀਸ਼ਰੀ 'ਚ ਲਿੰਕ ਆ, ਸਾਫ਼ ਜੀ ਗੱਲ ਆ। ਤੇ ਇਹਦੇ ਤੇ ਕੋਈ ਉਹਨਾਂ ਦੇ ਜੀ ਜੀਜਾ ਜੀ ਜਿਹੜੇ ਆ ਸਾਬਕਾ ਜੱਜ ਨੇਗੇ ਹਾਈ ਕੋਰਟ ਦੇ। ਤੇ ਇੱਕ ਤੁਸੀਂ ਕਹਿੰਦੇ ਹੋ ਕਿ ਇਹਨਾਂ ਨਾਲ ਧੱਕਾ ਹੋ ਰਿਹਾ, ਧੱਕਾ ਤਾਂ ਹੋਇਆ। ਹੁਣ ਪੰਜਾਬ ਦੀ ਪੁਲਿਸ ਤੋਂ ਚੰਡੀਗੜ੍ਹ ਤੋਂ ਜੀ ਬੰਦਾ ਚੁੱਕਣ ਲੱਗ ਜਾ ਰਹੀ ਹੈ, ਥਾਣੇ 'ਚ ਉਹਨਾਂ ਨੇ ਤੁਸੀਂ ਮੇਰੀ ਗੱਲ ਹੁਣ ਇੱਥੇ ਆ ਜਾਈਏ। ਮੇਰੀ ਗੱਲ ਸੁਣੋ, ਜਿਹੜੀ ਮੇਰੀ ਗੱਲ ਭਾਜੀ ਪਲੀਜ਼, ਜਦੋਂ ਪੁੱਛਦੇ ਅੱਗੋਂ ਜਵਾਬ ਤਾਂ ਲੈ ਲਓ, ਇਦਾਂ ਤਾਂ ਨਾ ਕਰੋ। ਗੱਲ ਇਹ ਤੁਹਾਨੂੰ ਦੱਸਦਾ ਆ ਕਿ ਜਿਹੜਾ ਉਹਦੇ ਵਿੱਚ ਅਫੈਂਸ ਲਿਖਿਆ ਆ ਉਹ ਹੈਗਾ ਨੌਨ ਅਵੇਲੇਬਲ, ਉਹਦੇ 'ਚ ਵਾਰੰਟ ਦੀ ਲੋੜ ਨਹੀਂ ਹੁੰਦੀ। ਬੁਲਾਇਆ ਕਿਊਗਾ ਕੋਰਟ, ਉਹਨਾਂ ਤੇ ਇਹਨਾਂ ਨੂੰ ਸੱਦਣ ਦੀ ਲੋੜ ਕੀ ਸੀ ਜਦੋਂ ਬਾਹਰ ਭੱਜਣ ਦੀ ਤਿਆਰੀ ਕਰ ਰਹੇ ਸੀ? ਬਾਹਰ ਭੱਜਣ ਦੀ ਤਿਆਰੀ ਕਰ ਰਹੇ। ਮੇਰੀ ਗੱਲ ਸੁਣੋ, ਮਨਪ੍ਰੀਤ ਬਾਦਲ ਲੱਭ ਗਿਆ ਕਿਹਦੀ ਜੀ? ਅੱਜ ਆ, ਹਾਂਜੀ। ਤੇ ਮੈਂ ਉਸ ਤੋਂ ਬਾਅਦ ਉਹਨਾਂ ਦੀ ਉਸ ਦਿਨ ਜਿੱਦਣ ਤਰੀਕ ਸੀਗੀ, ਉਹ ਤਰੀਕ ਤੇ ਪੇਸ਼ ਹੀ ਨਹੀਂ ਹੋਏ। ਉਹ ਸਰ ਤਰੀਕ ਤੇ ਪੇਸ਼ ਹੀ ਨਹੀਂ ਹੋਏ ਜਿੱਦਣ ਉਹਨਾਂ ਨੇ ਸਬਮਿਟ ਕਰਾਉਣੇ ਸੀ ਡਾਕੂਮੈਂਟ, ਉਹ ਕੋਰਟ 'ਚ ਹੀ ਨਹੀਂ ਗਏ। ਨਹੀਂ ਯਕੀਨ ਤਾਂ ਇੱਧਰ ਦੇਖ ਲਓ, ਮਤਲਬ ਯੂ ਆਰ ਟਰਾਈਂਗ ਟੂ ਡਿਫੈਂਡ ਹਿਮ ਐਜ਼ ਆਪਣੀ ਪੂਰੇ ਜ਼ੋਰ ਲਾ ਕੇ। ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਇੱਕ ਮੈਂ ਤੁਹਾਨੂੰ ਡਾਕੂਮੈਂਟ ਦਿਖਾ ਦਿੰਦਾ।
ਮੈਂ ਤੁਹਾਨੂੰ ਡਾਕੂਮੈਂਟ ਦੇ ਦੇਣਾ ਜੀ, ਤਰੀਕ ਪਈ ਏ ਜਿੱਦਣ ਐਕਨੋਲੇਜ ਹੋ ਗਿਆ ਉਹਨਾਂ ਦੀ 12 ਦਿਨ ਵਿਦ ਕੰਡੀਸ਼ਨ, ਉਸ ਤੋਂ ਬਾਅਦ ਇੱਕ ਤਰੀਕ ਪਈ ਕੋਰਟ ਦੀ, ਕੋਰਟ 'ਚ ਪੇਸ਼ ਹੀ ਨਹੀਂ ਹੋਏ ਉਹ ਥਾਣੇ ਜੀ। ਮੇਰੀ ਗੱਲ ਸੁਣੋ, ਮੈਂ ਪੁਲਿਸ ਨਿਗਾ, ਮੈਂ ਵਕੀਲ ਤੌਰ ਤੇ ਇੱਕ ਕੋਸ਼ਿਸ਼ ਕਰ ਰਿਹਾ ਇਹ ਦੱਸਣ ਦੀ ਕਿ ਇੱਕ ਗਲਤ ਪਰਸੈਪਸ਼ਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਪੰਜਾਬ ਦੇ ਵਿੱਚ। ਹੁਣ ਤੁਸੀਂ ਉਹਦੇ 'ਚ ਵੀਡੀਓ ਦੇਖ ਲਓ, ਕਹਿੰਦੇ ਜੀ ਥਾਣੇ ਅਸੀਂ ਰਿਪੋਰਟ ਕਰਕੇ ਆਏ, ਤੁਸੀਂ ਚੰਡੀਗੜ੍ਹ ਥਾਣੇ 'ਚ ਜਾ ਕੇ ਚੈੱਕ ਕਰ ਲਓ। ਨਹੀਂ ਹੋ ਸਕਦਾ ਇਹ ਜੀ। ਮੇਰੀ ਗੱਲ ਸੁਣੋ, ਮੈਂ ਪੁਲਿਸ ਤੋਂ ਉੱਤੇ ਜੀ, ਇਨਵੈਸਟੀਗੇਟਿੰਗ ਏਜੰਸੀ ਤੋਂ, ਮੈਂ ਇਨਵੈਸਟੀਗੇਟਿੰਗ ਏਜੰਸੀ ਤੋਂ ਉੱਤੇ ਤਾਂ ਨਹੀਂ ਜੀ। ਇੱਕ ਆ ਜਿਹੜੇ ਬੰਦੇ ਨਾਲ ਹੱਥ ਮਿਲਾ ਰਹੇ ਆ, ਲਓ ਜੀ ਦੇਖੋ, ਗੱਲ ਇਹੀ ਚੱਲਦੀ ਨਾ, ਇਲੈਕਸ਼ਨ ਫੰਡ ਕਰਦਾ ਸੀਗਾ ਗੁਰਦੇਵ ਸਿੰਘ ਦੇਬੀ ਜੀ। ਕੀ ਜੀ? ਤੇ ਉਹੀ ਤੇ ਕਹਿ ਰਹੇ ਆ ਕਿ ਇਲੈਕਸ਼ਨ ਫੰਡ ਕਰਦਾ, ਉਹਦੀ ਵੀਡੀਓ ਦਿਖਾ ਰਹੇ ਆ ਕਿ ਇਲੈਕਸ਼ਨ ਕੰਪੇਨਿੰਗ ਕਰਾਉਂਦਾ, ਨਾਲ ਗੱਡੀਆਂ ਉਹਦੀਆਂ ਲੈ ਘੁੰਮਦੇ। ਤੇ ਹਾਂ ਉਹ ਗੱਲ ਵੇਖੋ ਜੀ, ਇੱਕ ਨਾ ਬੜੀ ਲੀਗਲ ਗੱਲ ਸਮਝਣ ਦੀ ਕੋਸ਼ਿਸ਼ ਕਰੋ। ਜਿਹੜਾ ਸੈਕਸ਼ਨ 3 ਹੈ ਮਨੀ ਲਾਂਡਰਿੰਗ ਐਕਟ ਦਾ, ਉਹ 'ਚ ਕੀ ਹੁੰਦਾ ਆ ਕਿ ਜਦੋਂ ਕੋਈ ਚੀਜ਼ ਕ੍ਰਾਈਮ ਹੋਇਆ, ਉਹਦੇ ਤੋਂ ਜਿਹੜੇ ਪੈਸੇ ਆਏ ਆ, ਉਹ ਪੈਸੇ ਲਾਸਟ ਕਿੱਥੇ ਯੂਜ਼ ਹੋਏ ਆ, ਕੌਣ ਉਹਦਾ ਬੈਨੀਫਿਸ਼ਰੀ ਕੌਣ ਆ? ਉਹ ਬੈਨੀਫਿਸ਼ਰੀ ਕੋਰਟ ਦੇ ਆਰਡਰ ਦੇ ਵਿੱਚ ਜੱਜ ਸਾਹਿਬ ਨੇ ਪ੍ਰਾਈਮਾ ਫਸਾਈ ਇਹ ਕਿਹਾ ਕਿ ਇਹ ਸੁਖਪਾਲ ਸਿੰਘ ਖਹਿਰਾ ਆ। ਤਾਂ ਕਰਕੇ ਉਹਨਾਂ ਦੀ ਜਦੋਂ ਉਹਨਾਂ ਨੂੰ ਸੁਪਰੀਮ ਕੋਰਟ ਦੇ ਵਿੱਚੋਂ ਉਹ ਕਹਿੰਦੇ ਮੈਨੂੰ ਰਿਲੀਫ ਮਿਲ ਗਿਆ, ਰਿਲੀਫ ਮਿਲਣ ਦੇ ਬਾਅਦ ਵੀ ਪ੍ਰੋਸੀਡਿੰਗ ਡ੍ਰੌਪ ਨਹੀਂ ਹੋਈਆਂ। ਕਾਰਨ ਹੈ ਕਿ ਐਵੀਡੈਂਸ ਇੰਨੇ ਸਟਰੋਂਗ ਆ। ਨਹੀਂ ਹੋਇਆ ਜੀ, ਨਹੀਂ ਹੋਇਆ ਜੀ, ਨਹੀਂ ਹੋਇਆ ਜੀ। ਡਨ ਜੀ, ਥੈਂਕ ਯੂ ਸੋ ਮਚ।